ਦਲਜੀਤ ਸਿੰਘ ਭੁੱਲਾ ਸਿੰਘ ਰਣਧੀਰ ਸਿੰਘ ਜੀ ਅਵਤਾਰ ਸਿੰਘ ਤਾਰਾ ਸਿੰਘ ਸਿਪਾਹੀ ਜਸਵਿੰਦਰ नाम अनजान, चेहरे अनजान, अनजान पहचान। पर अज दी कहानी इन्हां अनजान शख्सियतां दे आले दुआले घुमदी है, जिस विच इह किसे दे हीरो लगणगे तां कोई इन्हां नूं दूजी नज़र नाल देखेगा। बस फैसला करन तो पहलां उन्हां हालात नूं भी महसूस करन दी कोशिश जरूर करना जिन्हां दे विचों इह लोक गुजरे ने, खास तौर ते नवीं पीढ़ी जो शायद इन्हां तो वाकिफ ना होवे। किस्से कहानियां दे विच कई बार जिक्र आउंदा रहा पर अद्धा अधूरा, इसलिए असीं इस बार अधूरे किस्सिਆਂ ਨੂੰ पूरी कहानी दे विच उतारन दी सोची ਅਤੇ ਭਾਲ ਕੀਤੀ ਉਹਨਾਂ ਫੌਜੀਆਂ ਦੀ ਜਿਨ੍ਹਾਂ ਦੀ ਜ਼ਿੰਦਗੀ 1984 ਦੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਪੂਰੀ ਤਰ੍ਹਾਂ ਬਦਲ ਗਈ। ਇਹ ਬਲੂ ਸਟਾਰ ਦੇ ਬਾਗੀ ਨੇ ਜਿਨ੍ਹਾਂ ਨੇ ਧਰਮ ਦੇ ਲਈ ਬਗਾਵਤ ਕਰ ਦਿੱਤੀ। ਕਿਸੇ ਨੇ ਗੋਲੀਆਂ ਖਾਈਆਂ, ਕਿਸੇ ਨੇ ਪੱਥਰ, ਕੋਈ ਜਾਨ ਗਵਾ ਬੈਠਾ ਤਾਂ ਕਈ ਅੱਜ ਆਪਣਿਆਂ ਦੇ ਲਈ ਸਿਰਫ ਯਾਦਾਂ ਦੇ ਵਿੱਚ ਜ਼ਿੰਦਾ ਹੈ। ਇਹਨਾਂ ਦੇ ਕਦਮ ਦੇ ਲਈ ਕਾਨੂੰਨ ਦੀ ਕਿਤਾਬ ਚਾਹੇ ਇਹਨਾਂ ਨੂੰ ਕੋਈ ਵੀ ਨਾਮ ਕਿਉਂ ਨਾ ਦਿੰਦੀ ਹੋਵੇ, पर वक्त ने जो इन्हां नूं नाम दिता वो है धर्मी फौजी। बलिदान, अनुशासन ਅਤੇ ਜਾਂਬਾਜ਼ੀ ਦੀ पर करीब 3.5 ਦਹਾਕਿਆਂ ਬਾਅਦ ਵੀ ਅੱਜ ਕੁਝ ਸਵਾਲ ਵਾਰ-ਵਾਰ ਪਰੇਸ਼ਾਨ ਕਰਦੇ ਨੇ ਕਿ ਧਰਮ ਦੇ ਨਾਮ ਤੇ ਨਾ ਵੱਡਾ ਕਦਮ ਚੁੱਕਣ ਵਾਲੇ ਨਾ ਫੌਜੀਆਂ ਦੇ ਦਿਮਾਗ ਦੇ ਵਿੱਚ ਉਸ ਸਮੇਂ ਆਖਿਰ ਚੱਲ ਕੀ ਰਿਹਾ ਸੀ ਕਿ ਕਿਸੇ ਨੂੰ ਅੱਜ ਉਸ ਦੌਰ ਦਾ ਮਲਾਲ ਹੈ। ਇਸ ਬਗਾਵਤ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਕਿਵੇਂ ਗੁਜ਼ਰੀ ਅਤੇ ਮੌਜੂਦਾ ਸਮੇਂ 'ਚ ਇਹ ਧਰਮੀ ਫੌਜੀ ਆਖਿਰ ਕਰ ਕੀ ਰਹੇ ਨੇ। ਆਮ ਲੋਕ ਇਸ ਤੋਂ ਜਿੰਨੇ ਅਣਜਾਣ ਨੇ ਸਾਡੇ ਜ਼ਿਹਨ ਵਿੱਚ ਉਨੇ ਹੀ ਜ਼ਿਆਦਾ ਸਵਾਲ ਸੀ। बस फिर की सी ਅਸੀਂ ਨਿਕਲ ਪਏ ਉਸ ਸਫ਼ਰ ਉੱਤੇ ਜਿੱਥੇ ਯਾਦਾਂ ਦੇ ਪੰਨੇ 'ਚ ਇਤਿਹਾਸ ਦਾ ਇਹ ਦੌਰ ਦਰਜ ਹੈ ਤੇ ਸਾਡਾ ਪਹਿਲਾ ਪੜਾਅ ਹੋਣ ਜਾ ਰਿਹਾ ਸੀ ਗੁਰਦਾਸਪੁਰ। ਅਤੇ 7 ਜੂਨ 1984 ਦਰਬਾਰ ਸਾਹਿਬ ਵਿਖੇ ਗੋਲੀਆਂ ਦੀ ਗੂੰਜ ਥੋੜੀ ਘੱਟ ਹੋਣ ਲੱਗੀ ਸੀ, ਪਰ ਦੂਜੇ ਪਾਸੇ ਮੁਲਕ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਬਗਾਵਤ ਦੀ ਗੂੰਜ ਉੱਚੀ ਹੋ ਰਹੀ ਸੀ। ਫੌਜ ਵਿੱਚ ਭਰਤੀ ਨਵੇਂ ਰੰਗਰੂਟ ਆਪਣੀ ਹੀ ਫੌਜ ਦੇ ਖਿਲਾਫ ਬੈਰਕਾਂ ਛੱਡ ਅੰਮ੍ਰਿਤਸਰ ਪਹੁੰਚਣਾ ਚਾਹੁੰਦੇ ਸਨ। ਹਾਲਾਂਕਿ ਇਸ ਇਰਾਦੇ ਵਿੱਚ ਕੋਈ ਕਾਮਯਾਬ ਤਾਂ ਨਹੀਂ ਹੋ ਪਾਇਆ, ਪਰ ਉਹਨਾਂ ਦੇ ਇਸ ਫੈਸਲੇ ਨੇ ਉਹਨਾਂ ਦੀ ਪੂਰੀ ਜ਼ਿੰਦਗੀ ਬਦਲ ਦਿੱਤੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਹਿਤ ਬੰਸਲ ਪੱਕਾ ਔਰ ਅੱਜ ਦੀ ਸਾਡੀ ਇਸ ਖਾਸ ਪੇਸ਼ਕਸ਼ ਦਾ ਮਕਸਦ ਹੈ ਨਵੀਂ ਪੀੜ੍ਹੀ ਨੂੰ ਇਤਿਹਾਸ ਦੇ ਉਹਨਾਂ ਪੰਨਿਆਂ ਦੇ ਬਾਰੇ ਰੂਬਰੂ ਕਰਾਉਣਾ ਜੋ ਹਾਲੇ ਤੱਕ ਕਹਾਣੀਆਂ ਅਣਸੁਣੀਆਂ ਨੇ। ਇਸ ਬਾਰੇ ਫੈਸਲਾ ਤੁਸੀਂ ਕਰਨਾ ਹੈ ਕਿ ਤੁਸੀਂ ਇਸ ਨੂੰ ਦਿਮਾਗ ਦੇ ਨਜ਼ਰੀਏ ਤੋਂ ਦੇਖੋਗੇ ਜਾਂ ਦਿਲ ਦੇ। ਇੱਕ ਪਾਸੇ ਆਪਰੇਸ਼ਨ ਬਲੂ ਸਟਾਰ ਖਤਮ ਹੋ ਰਿਹਾ ਸੀ ਤਾਂ ਦੂਜੇ ਪਾਸੇ ਫੌਜ ਦੇ ਲਈ ਨਵੀਂ ਚੁਣੌਤੀ ਖੜੀ ਹੋ ਰਹੀ ਸੀ। ਆਪਣੀ ਸਭ ਤੋਂ ਪਵਿੱਤਰ ਥਾਂ ਉੱਤੇ ਫੌਜੀ ਕਾਰਵਾਈ ਤੋਂ ਖਫਾ ਸਿੱਖ ਫੌਜੀਆਂ ਨੇ ਇੱਕ ਨਵਾਂ ਮੋਰਚਾ ਖੋਲ੍ਹ ਦਿੱਤਾ ਸੀ ਅਤੇ ਇਸ ਦੀ ਸ਼ੁਰੂਆਤ ਹੋਈ ਪੰਜਾਬ ਦੀ ਸਰਹੱਦ ਦੇ ਨਾਲ ਲੱਗਦੇ ਸ਼੍ਰੀ ਗੰਗਾਨਗਰ ਤੋਂ, ਜਿੱਥੇ ਲਾਲਗੜ੍ਹ ਜਾਟਾਂ 'ਚ ਤੈਨਾਤ 9 ਸਿੱਖ ਰੈਜੀਮੈਂਟ ਦੇ ਫੌਜੀਆਂ ਨੇ 7 ਜੂਨ 1984 ਨੂੰ ਪਹਿਲੀ ਬਗਾਵਤ ਛੇੜ ਦਿੱਤੀ। ਮਾਰਕ ਟਲੀ ਅਤੇ ਸਤੀਸ਼ ਜੈਕਬ ਆਪਣੀ ਕਿਤਾਬ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ ਦੇ ਵਿੱਚ ਇਹਨਾਂ ਹਾਲਾਤ ਨੂੰ ਕੁਝ ਇਸ ਤਰ੍ਹਾਂ ਬਿਆਨ ਕਰਦੇ ਨੇ। ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਸ਼੍ਰੀ ਗੰਗਾਨਗਰ ਦੇ ਇਲਾਕੇ 'ਚ ਸਿੱਖ ਰੈਜੀਮੈਂਟ ਦੀ 9ਵੀਂ ਬਟਾਲੀਅਨ ਨੇ ਵਿਦਰੋਹ ਕਰ ਦਿੱਤਾ। ਇਸ ਵਿੱਚ 600 ਦੇ ਕਰੀਬ ਜਵਾਨ ਸ਼ਾਮਿਲ ਸਨ, ਜਿਨ੍ਹਾਂ ਨੇ ਪਹਿਲਾਂ ਹਥਿਆਰ ਘਰ ਲੁੱਟਿਆ ਅਤੇ ਫਿਰ 2 ਟੁਕੜੀਆਂ ਦੇ ਵਿੱਚ ਵੰਡ ਗਏ। ਇੱਕ ਦਿੱਲੀ ਨੂੰ ਰਵਾਨਾ ਹੋਈ ਤਾਂ ਦੂਜੀ ਪਾਕਿਸਤਾਨ ਦੇ ਵੱਲ। ਹਾਲਾਂਕਿ ਰਾਜਪੂਤਾਨਾ ਰਾਈਫਲਸ ਦੇ ਜਵਾਨਾਂ ਨੇ ਸਮੇਂ ਉੱਤੇ ਹਾਲਾਤ ਤੇ ਕਾਬੂ ਕਰ ਲਿਆ ਅਤੇ ਬਗਾਵਤ ਕਰਨ ਵਾਲੇ ਫੌਜੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਕਹਾਣੀ ਸਿਰਫ ਇੰਨੀ ਹੀ ਨਹੀਂ ਹੈ, ਇਸ ਤੋਂ ਬਾਅਦ ਵੀ ਬਹੁਤ ਕੁਝ ਹੋਇਆ ਜਿਸ ਨੂੰ ਜਾਣਨਾ ਜ਼ਰੂਰੀ ਹੈ। ਇਸ ਲਈ ਅਸੀਂ ਗੁਰਦਾਸਪੁਰ 'ਚ ਭਾਲ ਕੀਤੀ ਉਹਨਾਂ ਧਰਮੀ ਫੌਜੀਆਂ ਦੀ ਜੋ ਸਿੱਖ ਰੈਜੀਮੈਂਟ ਦੀ ਇਸ 9ਵੀਂ ਬਟਾਲੀਅਨ ਦਾ ਹਿੱਸਾ ਸਨ ਅਤੇ ਸਾਡੀ ਮੁਲਾਕਾਤ ਹੋਈ ਗਲੀ ਮੰਚ ਦੇ ਸਰਵਿੰਦਰ ਸਿੰਘ ਅਤੇ ਗੋਤ ਪੋਖੜ ਦੇ ਰਣਧੀਰ ਸਿੰਘ ਨਾਲ। ਜਦੋਂ ਕਿ 7 ਔਰ 8 ਜੂਨ ਨੂੰ ਇਹ ਪਤਾ ਲੱਗਾ ਯੂਨਿਟ ਦੇ ਨਫਰੀ ਨੂੰ
ਉਹ ਇਹਨੂੰ ਬਰਦਾਸ਼ਤ ਨਹੀਂ ਕਰ ਸਕੇ ਔਰ ਇਹਦੇ ਰੋਸ ਵਜੋਂ ਉਹਨਾਂ ਨੇ ਬਾਰਕਾਂ ਛੱਡ ਕੇ ਹਰਿਮੰਦਰ ਸਾਹਿਬ ਨੂੰ ਚਾਲੇ ਪਾਤੇ। ਕਸਮ ਪਰੇਡ ਦੇ ਦੌਰਾਨ ਸਭ ਤੋਂ ਪਹਿਲਾਂ ਸਾਡਾ ਇੱਕ ਨਿਸ਼ਾਨ ਸਾਹਿਬ ਅੱਗੇ ਲਿਆਂਦਾ ਜਾਂਦਾ ਕਸਮ ਤੇ, ਜਿਹਦੇ ਉੱਤੇ ਅਸੀਂ ਹੱਥ ਖੜੇ ਰੱਖ ਕੇ ਸਹੁੰ ਖਾਂਦੇ ਹਾਂ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੱਥ ਰੱਖਦੇ ਹਾਂ, ਫਿਰ ਆਪਾਂ ਦੇਸ਼ ਦੇ ਝੰਡੇ ਦੇ ਉੱਤੇ ਹੱਥ ਰੱਖਦੇ ਹਾਂ। ਔਰ ਜਦੋਂ ਧਰਮ ਸਾਡੇ ਦਾ ਪਹਿਲੋਂ ਨਾਂ ਆਉਂਦਾ ਕਿ ਅਸੀਂ ਧਰਮ ਦੀ ਖਾਤਰ, ਦੇਸ਼ ਦੀ ਖਾਤਰ ਹਵਾ ਦੇ ਰਸਤੇ, ਪਾਣੀ ਦੇ ਰਸਤੇ ਜਾਵਾਂਗੇ, ਔਰ ਸਾਡੇ ਧਰਮ ਦੇ ਉੱਤੇ ਹੀ ਇੰਨਾ ਵੱਡਾ ਅਟੈਕ ਕਰ ਦਿੱਤਾ, ਉਹਦੇ ਫਿਰ ਸਾਡੇ ਕੋਲੋਂ ਬਰਦਾਸ਼ਤ ਨਹੀਂ ਹੋਇਆ। ਇਹ ਤਾਂ ਸੀ ਬਗਾਵਤ ਦੀ ਵਜ੍ਹਾ, ਪਰ ਫਿਰ ਸਵਿੰਦਰ ਸਿੰਘ ਅਤੇ ਉਹਨਾਂ ਦੇ ਸਾਥੀ ਫੌਜ ਦੇ ਕਾਬੂ ਕਿਵੇਂ ਆਏ? ਬਗਾਵਤ ਤੋਂ ਬਾਅਦ ਸਾਨੂੰ ਅਬੋਹਰ 3 ਗੱਡੀਆਂ ਚੱਲਦੀਆਂ ਗੱਡੀਆਂ ਦੇ ਉੱਤੇ ਫਾਇਰਿੰਗ ਕਰ ਦਿੱਤੀ, ਐਨਕਾਊਂਟਰ ਕਰ ਦਿੱਤਾ ਸਾਡੇ, ਜਿੱਥੇ 13 ਜਵਾਨ ਸ਼ਹੀਦ ਹੋ ਗਏ ਔਰ ਤਕਰੀਬਨ ਅਸੀਂ 25 ਦੇ ਕਰੀਬ ਜ਼ਖਮੀ ਹੋ ਗਏ। ਮੇਰੇ ਉਦੋਂ 3 ਗੋਲੀਆਂ ਲੱਗੀਆਂ ਜੀ, 2 ਜਵਾੜਾ ਖੱਬੇ ਪਾਸੇ ਦਾ ਜਵਾੜਾ ਹੈ ਨਹੀਂ, ਇੱਕ ਅੱਖ ਦੇ ਥੱਲੇ ਲੱਗੀ ਹੈ। ਅੱਛਾ ਜੀ। ਇਹ ਅੱਖ ਦੇ ਥੱਲੇ ਵਾਲੀ ਹੱਡੀ ਵੀ ਅੱਖ ਦੇ ਉੱਪਰ ਚੜ ਗਈ, ਬਾਅਦ ਚ ਡਾਕਟਰਾਂ ਨੇ ਆਪਰੇਸ਼ਨ ਕਰਕੇ ਇਹਨੂੰ ਥੱਲੇ ਕੀਤੀ ਹੈ। 84 ਚ ਧਰਮ ਦੇ ਲਈ ਬਗਾਵਤ ਕਰਨ ਵਾਲੇ ਸਵਿੰਦਰ ਸਿੰਘ ਦੀ ਕਹਾਣੀ ਵੀ ਬੇहद ਦਿਲਚਸਪ ਹੈ, ਕਿਉਂਕਿ ਇਹ ਉਹਨਾਂ ਦਾ ਫੌਜ ਦੇ ਵਿੱਚ ਅੰਤ ਨਹੀਂ ਸੀ, ਬਲਕਿ ਇੱਕ ਨਵੀਂ ਸ਼ੁਰੂਆਤ ਦਾ ਮੌਕਾ ਸੀ। ਅਤੇ ਫਿਰ 1999 ਦੀ ਕਾਰਗਿਲ ਜੰਗ 'ਚ ਜੌਹਰ ਦਿਖਾਉਣ ਦਾ ਮੌਕਾ ਮਿਲਿਆ। ਜੰਗ ਨੇ ਜ਼ਖਮ ਵੀ ਦਿੱਤੇ, ਪਰ ਅਜਿਹੇ ਜ਼ਖਮ ਦਰਦ ਘੱਟ, ਫਕਰ ਦਾ ਅਹਿਸਾਸ ਜ਼ਿਆਦਾ ਕਰਵਾਉਂਦੇ ਨੇ। ਮੈਂ ਬਹਾਲ ਹੋ ਕੇ ਤੇ ਸਿਗਨਲ ਕੋਰ ਦੇ ਵਿੱਚ ਗਿਆ ਜੀ। ਸਿਗਨਲ ਕੋਰ ਦੇ ਵਿੱਚੋਂ ਫਿਰ ਮੈਨੂੰ ਪੈਰਾਟਰੂਪ ਦੇ ਨਾਲ ਡ੍ਰੌਪ ਕਰਵਾ ਕੇ ਫਿਰ ਤਲੋਲਿੰਗ ਦੀ ਪਹਾੜੀ ਤੇ ਜਦੋਂ ਕਬਜ਼ਾ ਕੀਤਾ, ਉਦੋਂ ਮੇਰੇ ਫਿਰ ਦੂਜੀ ਵਾਰ ਜ਼ਖਮੀ ਹੋਇਆ ਔਰ ਮੇਰੇ ਸੱਜੀ ਵੱਖੀ ਦੇ ਵਿੱਚ ਗੋਲੀਆਂ ਲੱਗੀਆਂ। ਸਵਿੰਦਰ ਸਿੰਘ ਨੂੰ ਤਾਂ ਦੂਜਾ ਮੌਕਾ ਮਿਲ ਗਿਆ, ਪਰ 9ਵੀਂ ਬਟਾਲੀਅਨ ਦੇ ਵਿੱਚ ਹੀ ਸੂਬੇਦਾਰ ਰਹੇ ਰਣਧੀਰ ਸਿੰਘ ਨੂੰ ਅਜਿਹਾ ਕੁਝ ਨਸੀਬ ਨਹੀਂ ਹੋ ਸਕਿਆ। ਉਹਨਾਂ ਨੂੰ ਬੈਰਕ ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਫਿਰ ਪੂਰੀ ਜ਼ਿੰਦਗੀ ਹੀ ਬਦਲ ਗਈ। ਰਾਮਗੜ੍ਹ ਜਦੋਂ ਗਏ ਆ, ਉਹਨਾਂ ਨੇ ਇਨਕੁਆਇਰੀ ਕੀਤੀ ਹੈ, ਕੇਸ ਵੀ ਲੜੇ ਆ 2 ਸਾਲ ਲੜਨ ਤੋਂ ਬਾਅਦ। ਉਸ ਤੋਂ ਬਾਅਦ ਉਹ ਕਹਿੰਦੇ ਵੀ ਤੁਹਾਨੂੰ ਗਰੁੱਪ ਬਦਲੀ ਕਰਨਾ ਪੈਣਾ ਵਾ, ਔਰ ਮੈਂ ਕਿਹਾ ਵੀ ਨਹੀਂ, ਮੈਂ ਗਰੁੱਪ ਨਹੀਂ ਬਦਲੀ ਕਰਨਾ, ਰਹਿਣਾ ਗਰੁੱਪ ਦੇ ਵਿੱਚ ਹੀ ਹੈ। ਉਹ ਲੱਗੇ ਕਹਿਣ ਵੀ ਗਰੁੱਪ 'ਚ ਰਹਿਣਾ ਤੇ ਫਿਰ ਜਾਂ ਅੰਦਰ ਜਾਣਾ ਪਊਗਾ ਤੇ ਜਾਂ ਪੈਨਸ਼ਨ ਜਾਣਾ ਪਊ। ਜੋ ਮੇਰੀ ਪੈਨਸ਼ਨ ਬਣਦੀ ਸੀ, ਮੈਂ ਉਹੀ ਮੁਨਾਸਬ ਸਮਝਿਆ ਵੀ ਮੈਂ ਪੈਨਸ਼ਨ ਦੇ ਉੱਤੇ ਜਾਣਾ ਮੈਨੂੰ ਬਿਹਤਰ ਹੈ, ਔਰ ਮੈਨੂੰ ਇਹਨਾਂ ਨੇ ਪੈਨਸ਼ਨ ਭੇਜ ਦਿੱਤਾ। ਇਹੀ ਤਾਂ ਉਹ ਕਹਾਣੀਆਂ ਨੇ ਜੋ ਸਮਝਣ ਦਾ ਮੌਕਾ ਦਿੰਦੀਆਂ ਨੇ ਕਿ ਉਸ ਵਕਤ ਆਖਿਰ ਹੋ ਕੀ ਰਿਹਾ ਸੀ। ਇਸ ਲਈ ਅਸੀਂ 9ਵੀਂ ਬਟਾਲੀਅਨ ਦੇ ਨਾਲ ਜੁੜੇ ਕੁਝ ਹੋਰ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਫਿਰ ਮੁਲਾਕਾਤ ਹੋਈ ਹੁਸ਼ਿਆਰਪੁਰ ਦੇ ਟਾਲੀ ਸਾਹਿਬ ਦੇ ਭੋਲਾ ਸਿੰਘ ਨਾਲ, ਜੋ तमाम ਕੋਸ਼ਿਸ਼ਾਂ ਦੇ ਬਾਵਜੂਦ ਵੀ ਆਪਣੇ ਜਜ਼ਬਾਤਾਂ ਉੱਤੇ ਕਾਬੂ ਨਹੀਂ ਰੱਖ ਸਕੇ। ਹੁਣ ਜਜ਼ਬਾਤ ਕਾਬੂ ਕਰਨ ਵੀ ਕਿਵੇਂ, ਕਿਉਂਕਿ 35 ਸਾਲ ਤੋਂ 84 ਹੀ ਪਿੱਛਾ ਨਹੀਂ ਛੱਡ ਰਿਹਾ ਅਤੇ ਤੰਗ ਹਾਲੀ ਤਾਂ ਮਨੋਂ ਬਸ ਨਸੀਬ ਬਣ ਚੁੱਕਾ ਹੈ। ਇਦਾਂ ਹੀ ਧੂਕੜੀ ਸੀਏ, ਕਦੀ ਕਰੇਲੇ ਬਣਾ ਲਏ, ਕਦੀ ਗੰਢੇ ਬਣਾ ਲਏ, ਕਦੀ ਪਰੌਂਠਾ ਪਾ ਗਿਆ ਗੰਢਿਆਂ ਦਾ, ਆ ਕੇ ਆਪਣਾ ਟਾਈਮ ਪਾਸ ਕਰ ਲਿਆ। ਭੁੱਖ ਮਰੇ ਸ਼ਿਕਾਰੀ ਹੋਏ ਮਰਨ ਨੂੰ ਥਾਂ ਲੱਭਣ ਦੇ ਆ। ਡਾਕਟਰੀ ਸਹੂਲਤਾਂ ਸਾਨੂੰ ਨਹੀਂ ਮਿਲਦੀਆਂ ਹੈਗੀਆਂ, ਡਾਕਟਰੀ ਦਵਾਈਆਂ ਸਾਨੂੰ ਨਹੀਂ ਮਿਲਦੀਆਂ। ਡਾਕਟਰ ਲਿਖਦੇ ਨੇ, ਉਹ 10 ਦਿਨ ਖਾਂਦੇ ਆ, ਠੀਕ ਰਹਿੰਦੇ ਆ, ਫਿਰ ਉੱਦਾਂ ਹੀ ਬਸ। 1984 ਦੀ ਉਸ ਬਗਾਵਤ ਤੋਂ ਬਾਅਦ ਆਰਮੀ ਨੇ ਸਖਤੀ ਦਿਖਾਉਂਦੇ ਹੋਏ ਸਾਲ 1985 ਚ ਸਿੱਖ ਰੈਜੀਮੈਂਟ ਦੀ ਪੂਰੀ 9ਵੀਂ ਬਟਾਲੀਅਨ ਨੂੰ ਹਮੇਸ਼ਾ ਦੇ ਲਈ ਬਰਖਾਸਤ ਕਰ ਦਿੱਤਾ। ਪਰ ਫੌਜ ਦੀ ਇਸ ਬਟਾਲੀਅਨ ਦੀ ਅਸਲ ਪਹਿਚਾਨ 84 ਨਹੀਂ ਬਲਕਿ 1962, 1965 ਅਤੇ 1971 ਹੈ, ਜਦੋਂ ਦੁਸ਼ਮਣ ਦੇ ਘਰ ਦੇ ਵਿੱਚ ਵੜ ਕੇ ਇਸ ਬਟਾਲੀਅਨ ਦੇ ਜਾਂਬਾਜ਼ਾਂ ਨੇ ਆਪਣੀ ਦਲੇਰੀ ਦਿਖਾਈ ਸੀ। ਜਿਵੇਂ ਅੱਜ ਕੱਲ ਸਰਜੀਕਲ ਸਟ੍ਰਾਈਕ ਤੇ ਸਵਾਲ ਉੱਠਦੇ ਸੀ, ਅਸੀਂ ਉਸ ਦਾ ਜਵਾਬ ਵੀ ਇਹ ਹੈ ਕਿ ਜਿਹੜੀ ਅਸੀਂ 71 ਦੀ ਲੜਾਈ ਦੇ ਵਿੱਚ 45 ਕਿਲੋਮੀਟਰ ਏਰੀਆ ਕਵਰ ਕੀਤਾ ਸੀ ਔਰ ਉਹ ਦੁਬਾਰਾ ਪਾਕਿਸਤਾਨ ਨੂੰ ਦੇ ਦਿੱਤਾ, ਜਦੋਂ ਕਿ ਜਿਹੜਾ ਆਕੂਪਾਈ ਕਸ਼ਮੀਰ ਸੀ ਉਹ ਇਹਨਾਂ ਨੂੰ ਛੱਡਣ ਦੀ ਕੋਈ ਲੋੜ ਨਹੀਂ ਸੀ। ਅਸੀਂ ਇਸ ਤੇ 9 ਸਿੱਖ ਦੀ ਬਹਾਦਰੀ ਤੇ ਸਦਾ ਮਾਣ ਕਰਦੇ ਹਾਂ। ਇਹ 10 ਸਾਲ ਦੇ ਬਾਅਦ ਆਟੋਮੈਟਿਕਲੀ ਜਿਹੜੀ ਯੂਨਿਟ ਖੜੀ ਕਰਦੇ, ਲੇਕਿਨ ਇਹ ਯੂਨਿਟ ਨੂੰ ਜਿਹੜੀ ਅਜੇ ਤੱਕ ਖੜੀ ਨਹੀਂ ਕੀਤੀ ਗਈ ਹੈ। ਅਸੀਂ ਪੁਰਜ਼ੋਰ ਬੇਨਤੀ ਵੀ ਕਰਦੇ ਹਾਂ ਗਵਰਨਮੈਂਟ ਨੂੰ ਕਿ ਇਸ ਯੂਨਿਟ ਨੂੰ ਜਿਹੜਾ ਦੁਬਾਰਾ ਖੜਾ ਕੀਤਾ ਜਾਵੇ।
ਸਾਰੀ ਦੁਨੀਆ ਹੀ ਕਹਿੰਦੀ, ਮੈਂ ਵੀ ਕਹਿਣਾ ਬਹਾਲ ਹੋਣੀ ਚਾਹੀਦੀ ਹੈ, ਪਰ ਬਹਾਲ ਹੋਣ ਸਾਨੂੰ ਤਾਂ ਪਰਸਨਲ ਤੌਰ 'ਤੇ ਕੋਈ ਬੈਨੀਫਿਟ ਮਿਲਣਾ ਚਾਹੀਦਾ ਹੈ। ਉਹ ਤਾਂ ਬਹਾਲ ਹੋ ਗਏ, ਸਾਨੂੰ ਬਹਾਲ ਕਰਨਾ ਪਹਿਲਾਂ, ਫਿਰ ਫੌਜ ਦੇ ਬਹਾਲ ਦਾ ਸਾਨੂੰ ਕੋਈ ਲਾਭ ਹੋਵੇ, ਪਹਿਲਾਂ ਸਾਨੂੰ ਬਹਾਲ ਕਰਨ। ਹੁਸ਼ਿਆਰਪੁਰ ਤੋਂ ਲੈ ਕੇ ਗੁਰਦਾਸਪੁਰ ਤੱਕ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹਨਾਂ ਧਰਮੀ ਫੌਜੀਆਂ ਦੀ ਭਰਮਾਰ ਹੈ ਅਤੇ ਉਨੀਆਂ ਹੀ ਕਹਾਣੀਆਂ ਵੀ ਮੌਜੂਦ ਨੇ। ਇਸ ਲਈ ਹੁਣ ਨਵੀਆਂ ਕਹਾਣੀਆਂ ਦੀ ਭਾਲ ਦੇ ਵਿੱਚ ਲਗਾਤਾਰ ਅਸੀਂ ਅੱਗੇ ਵਧਦੇ ਰਹੇ, ਇਹ ਲੱਭਣ ਲਈ ਕਿ ਆਖਿਰ ਉਹ ਕੀ ਜਨੂਨ ਸੀ ਜਿਸ ਨੇ ਸਭ ਤੋਂ ਜ਼ਿਆਦਾ ਅਨੁਸ਼ਾਸਨ ਵਾਲੀ ਫੌਜ ਦੇ ਵਿੱਚ ਇੰਨੀ ਵੱਡੀ ਬਗਾਵਤ ਛੇੜ ਦਿੱਤੀ। ਹੁਣ ਮੁਲਾਕਾਤ ਦਾ ਵਕਤ ਸੀ ਸਾਬਕਾ ਸੂਬੇਦਾਰ ਮੇਵਾ ਸਿੰਘ ਨਾਲ। ਗੁਰਦਾਸਪੁਰ ਦੇ ਛੋਟੇਪੁਰ ਪਿੰਡ ਦੇ ਵਿੱਚ ਰਹਿਣ ਵਾਲੇ ਮੇਵਾ ਸਿੰਘ ਉਹਨਾਂ ਧਰਮੀ ਫੌਜੀਆਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਉਸ ਵੇਲੇ ਦੇ ਬਿਹਾਰ ਅਤੇ ਮੌਜੂਦਾ ਸਮੇਂ 'ਚ ਝਾਰਖੰਡ ਦੇ ਰਾਮਗੜ੍ਹ ਤੋਂ ਵਿਦਰੋਹ ਛੇੜਿਆ ਸੀ। ਸ਼੍ਰੀ ਗੰਗਾਨਗਰ 'ਚ ਸਿੱਖ ਫੌਜੀਆਂ ਦੇ ਬਾਗੀ ਹੋਣ ਦੀ ਖਬਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪਹੁੰਚਣ ਲੱਗੀ ਸੀ ਅਤੇ ਫਿਰ ਰਾਮਗੜ੍ਹ ਦੇ ਸਿੱਖ ਰੈਜੀਮੈਂਟ ਸੈਂਟਰ ਦੇ ਵਿੱਚ ਉਸ ਵਕਤ ਰੰਗਰੂਟਾਂ ਦੀ ਸਭ ਤੋਂ ਵੱਡੀ ਬਗਾਵਤ ਵੇਖਣ ਨੂੰ ਮਿਲੀ। ਮਨ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਪੈਦਾ ਹੋ ਗਿਆ। ਰੋਸ ਇਦਾਂ ਸੀ ਕਿ ਮਤਲਬ ਨਾ ਕਿਸੇ ਦਾ ਕੁਝ ਖਾਣ ਨੂੰ ਜੀ ਕਰਦਾ ਸੀ, ਜਿਹੜੇ ਫੈਮਲੀਆਂ ਦੇ ਨਾਲ ਰਹਿੰਦੇ ਸੀ ਉਹਨਾਂ ਨੂੰ ਵੀ ਆਪਣੀਆਂ ਫੈਮਲੀਆਂ ਦੀ ਪਰਵਾਹ ਨਾ ਰਹੀ। ਉਹਨਾਂ ਨੂੰ ਸਿਰਫ ਇਹ ਸੀ ਕਿ ਅਸੀਂ ਆਪਣੇ ਜੋ ਵੀ ਸਾਡਾ ਧਰਮ ਹੈ, ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਅਸੀਂ ਉਹ ਬੇਅਦਬੀ ਦਾ ਬਦਲਾ ਜ਼ਰੂਰ ਲੈਣਾ। ਰਾਮਗੜ੍ਹ ਸੈਂਟਰ 'ਚ 10 ਜੂਨ 1984 ਦੇ ਦਿਨ ਸਿੱਖ ਫੌਜੀਆਂ ਨੇ ਵਿਦਰੋਹ ਕਰ ਦਿੱਤਾ ਸੀ। ਦਰਬਾਰ ਸਾਹਿਬ ਤੇ ਫੌਜੀ ਕਾਰਵਾਈ ਤੋਂ ਗੁੱਸਾਏ ਇਹਨਾਂ ਜਵਾਨਾਂ ਨੇ ਉਸ ਰੋਜ਼ ਪੂਰੀ ਛਾਉਣੀ ਨੂੰ ਆਪਣੇ ਕੰਟਰੋਲ ਦੇ ਵਿੱਚ ਲੈ ਲਿਆ। ਸਵੇਰੇ ਕਰੀਬ 10 ਵਜੇ ਹਥਿਆਰਕਾਰ ਉੱਤੇ ਪਹਿਲਾ ਹਮਲਾ ਬੋਲਿਆ ਅਤੇ ਫਿਰ ਹਾਲਾਤ ਹੱਥ ਤੋਂ ਬਾਹਰ ਹੀ ਨਿਕਲਦੇ ਚਲੇ ਗਏ। ਕੋਰਟ ਆਫ ਇਨਕੁਆਇਰੀ ਦੀ ਰਿਪੋਰਟ ਦੱਸਦੀ ਹੈ ਕਿ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ ਕਰੀਬ 4:30 ਵਜੇ ਤੱਕ ਸਿੱਖ ਰੈਜੀਮੈਂਟ ਸੈਂਟਰ ਦੇ ਵਿੱਚ ਹਾਲਾਤ ਕਾਬੂ ਤੋਂ ਬਾਹਰ ਸਨ। ਕੁਝ ਥਾਂ ਉੱਤੇ ਤਾਂ ਹਾਲਾਤ ਕਾਬੂ ਦੇ ਵਿੱਚ ਪਾਉਣ ਤੱਕ 6:30 ਵੱਜ ਗਏ। ਇੱਥੋਂ ਤੱਕ ਕਿ ਸਿੱਖ ਰੈਜੀਮੈਂਟ ਦੇ ਗੁਆਂਢ ਦੇ ਵਿੱਚ ਮੌਜੂਦ ਪੰਜਾਬ ਰੈਜੀਮੈਂਟ ਨੇ ਵੀ ਸਵੇਰੇ 11:45 ਵਜੇ ਖਬਰ ਮਿਲਣ ਦੇ ਬਾਵਜੂਦ ਸ਼ਾਮ 5:30 ਵਜੇ ਤੱਕ ਕੋਈ ਕਾਰਗਰ ਕਦਮ ਨਹੀਂ ਚੁੱਕਿਆ। ਸੈਂਟਰ 'ਚ ਕੁੱਲ 1461 ਸਿੱਖ ਫੌਜੀਆਂ ਨੇ ਵਿਦਰੋਹ ਕੀਤਾ ਸੀ, ਜੋ ਹਥਿਆਰ ਤੇ ਭਾਰੀ ਭਰਕਮ ਅਸਲੇ ਦੇ ਨਾਲ ਰਾਮਗੜ੍ਹ ਤੋਂ ਕਰੀਬ 1700 ਕਿਲੋਮੀਟਰ ਦੂਰ ਅੰਮ੍ਰਿਤਸਰ ਦੇ ਲਈ ਨਿਕਲ ਪਏ, ਪਰ ਕਦੇ ਪਹੁੰਚ ਨਹੀਂ ਸਕੇ। ਮਨ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਪੈਦਾ ਹੋ ਗਿਆ। ਰੋਸ ਇਦਾਂ ਸੀ ਕਿ ਮਤਲਬ ਨਾ ਕਿਸੇ ਦਾ ਕੁਝ ਖਾਣ ਨੂੰ ਜੀ ਕਰਦਾ ਸੀ, ਜਿਹੜੇ ਫੈਮਲੀਆਂ ਦੇ ਨਾਲ ਰਹਿੰਦੇ ਸੀ ਉਹਨਾਂ ਨੂੰ ਵੀ ਆਪਣੀਆਂ ਫੈਮਲੀਆਂ ਦੀ ਪਰਵਾਹ ਨਾ ਰਹੀ। ਉਹਨਾਂ ਨੂੰ ਸਿਰਫ ਇਹ ਸੀ ਕਿ ਅਸੀਂ ਆਪਣੇ ਜੋ ਵੀ ਸਾਡਾ ਧਰਮ ਹੈ, ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਅਸੀਂ ਉਹ ਬੇਅਦਬੀ ਦਾ ਬਦਲਾ ਜ਼ਰੂਰ ਲੈਣਾ। ਰਾਮਗੜ੍ਹ ਸੈਂਟਰ ਦੇ ਇਸ ਵਿਦਰੋਹ ਦੀ ਸਭ ਤੋਂ ਦਰਦਨਾਕ ਗੱਲ ਇਹ ਸੀ ਕਿ ਇਸ ਵਿੱਚ ਸੈਂਟਰ ਦੇ ਕਮਾਂਡਿੰਗ ਆਫੀਸਰ ਬ੍ਰਿਗੇਡੀਅਰ ਪੁਰੀ ਬਾਗੀ ਫੌਜੀਆਂ ਦੀ ਗੋਲੀ ਦਾ ਸ਼ਿਕਾਰ ਹੋ ਗਏ। ਸਾਰੇ ਸਾਡੇ ਧਰਮੀ ਫੌਜੀਆਂ ਨੇ ਸੋਚਿਆ ਕਿ ਸਾਡਾ ਇਹ ਨੁਕਸਾਨ ਕਰਨਗੇ, ਸਾਨੂੰ ਇਹਨਾਂ ਨੇ ਜਾਣ ਨਹੀਂ ਦੇਣਾ ਕਿਸੇ ਪਾਸੇ। ਉਸ ਟਾਈਮ ਉੱਥੇ ਸਤਨਾਮ ਸਿੰਘ, ਜੀਤੋ ਸਰਜਾ ਤੇ ਬਲਵਿੰਦਰ ਸਿੰਘ, ਇਹ ਉਹਨਾਂ ਨੇ ਉੱਥੇ ਡਿਊਟੀ ਸੀ ਇਹਨਾਂ ਦੀ। ਉਹ ਉਦੋਂ ਉੱਥੇ ਨੁਕਸਾਨ ਹੋਇਆ, ਉੱਥੇ ਫਿਰ ਗੋਲੀ ਚੱਲੀ, ਗੋਲੀ ਦੇ ਵਿੱਚ ਫਿਰ ਇਹਨਾਂ ਦੇ ਗੋਲੀ ਲੱਗ ਗਈ। ਇਹ ਗੋਲੀ ਲੱਗਣ ਤੋਂ ਬਾਅਦ ਇਹਨਾਂ ਦੀ ਡੈਥ ਹੋਈ। ਇਹ ਨਹੀਂ ਪਤਾ ਕਦੋਂ ਹੋਈ, ਕਿੱਥੇ ਹੋਈ। ਇਹ ਗੱਲ ਵੀ ਹੈਰਾਨ ਕਰਦੀ ਹੈ ਕਿ ਜਿਸ ਸਤਨਾਮ ਸਿੰਘ ਦੇ ਉੱਤੇ ਬ੍ਰਿਗੇਡੀਅਰ ਪੁਰੀ ਤੇ ਗੋਲੀ ਚਲਾਉਣ ਦਾ ਇਲਜ਼ਾਮ ਸੀ, ਉਸ ਦੇ ਪਿਤਾ ਵੀ ਫੌਜ ਦੇ ਵਿੱਚ ਹੀ ਸਨ ਅਤੇ ਪਰਿਵਾਰ ਦੇ ਲੋਕ ਅੱਜ ਵੀ ਸਤਨਾਮ ਸਿੰਘ ਦੇ ਕਦਮ ਨੂੰ ਹਾਲਾਤ ਦਾ ਨਤੀਜਾ ਦੱਸਦੇ ਨੇ। ਜਦੋਂ ਇਹਨਾਂ ਨੂੰ ਘੇਰਾ ਪਿਆ ਨਾ ਤੇ ਉੱਥੇ ਗੋਲੀ ਲੱਗੀ। ਗੋਲੀ ਲੱਗ ਕੇ ਫਿਰ ਇਹ ਹਸਪਤਾਲ ਆ ਗਏ ਨਖਲਊ ਫਿਰ 8 ਮਹੀਨੇ ਇਹਨਾਂ ਨੂੰ ਕਸ਼ਟ ਦਿੱਤਾ ਤੇ ਫਿਰ ਸ਼ਹੀਦ ਹੋਏ। ਧਰਮ ਵਾਸਤੇ ਹਰ ਚੀਜ਼ ਕਰਨੀ ਜਾਇਜ਼ ਹੁੰਦੀ। ਧਰਮੀ ਫੌਜੀਆਂ ਦੇ ਦਿਲੋਂ ਦਿਮਾਗ ਦੇ ਵਿੱਚ ਉਸ ਸਮੇਂ ਸਿਰਫ ਇੱਕ ਹੀ ਮਕਸਦ ਛਾਇਆ ਸੀ ਅਤੇ ਉਹ ਸੀ ਧਰਮ ਦੀ ਹਿਫਾਜ਼ਤ। ਕਾਸ਼ ਕਿਸੇ ਨੇ ਪਰਿਵਾਰ ਦੀ ਵੀ ਸੋਚੀ ਹੁੰਦੀ, ਵਰਨਾ ਅੱਜ ਇਹਨਾਂ ਬੁੱਢੀਆਂ ਅੱਖਾਂ ਨੂੰ ਇਸ ਤਰ੍ਹਾਂ ਕਾਗਜ਼ ਦੇ ਕਤਰਿਆਂ ਦੇ ਵਿੱਚ ਆਪਣੇ ਕਲੇਜੇ ਦੇ ਟੁਕੜਿਆਂ ਦੀ ਯਾਦਾਂ ਨੂੰ ਸਹੀ ਜਨਾਣਾ ਪੈਂਦਾ। ਜਸਵੰਤ ਕੌਰ ਨੇ 35 ਸਾਲ ਪਹਿਲਾਂ ਆਪਣਾ ਬੇਟਾ ਅਮਰੀਕ ਸਿੰਘ ਦੇਸ਼ ਦੀ ਹਿਫਾਜ਼ਤ ਦੇ ਲਈ ਫੌਜ ਦੇ ਸਪੁਰਦ ਕਰ ਦਿੱਤਾ ਸੀ, ਪਰ ਉਸ ਕਾਲੇ ਦੌਰ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ। ਨਾ ਕਦੇ ਬੇਟਾ ਪਰਤਿਆ ਅਤੇ ਨਾ ਹੀ ਉਸ ਦੀ ਲਾਸ਼ ਆਈ ਤਾਂ ਬਸ
ਇੱਕ ਖਬਰ। ਸਾਨੂੰ ਜੀ 2 ਮਹੀਨੇ ਬਾਅਦ ਟੈਲੀਗ੍ਰਾਮ ਆਈ। ਜਦੋਂ ਇਹ ਸ਼ਹੀਦ ਸਾਰੇ ਉਹਨਾਂ ਨੇ ਪੁੱਛ-ਗਿੱਛ ਕਰਕੇ ਫਿਰ ਸਾਨੂੰ ਉਹਨਾਂ ਨੇ ਟੈਲੀਗ੍ਰਾਮ ਭੇਜੀ ਤੇ ਅਮਰੀਕ ਸਿੰਘ ਸ਼ਹੀਦ ਹੋ ਗਏ। ਔਰ ਸਾਨੂੰ ਉਹਦਾ ਕੋਈ ਉਹਦੇ ਫੁੱਲ ਨਹੀਂ ਆਏ, ਕੁਛ ਨਹੀਂ ਗਾ। ਅਸੀਂ 3-4 ਮਹੀਨੇ ਉਡੀਕਦੇ ਰਹੇ। ਬਾਗੀ ਹੋਏ ਅਮਰੀਕ ਸਿੰਘ ਦਾ ਪਰਿਵਾਰ ਅੱਜ ਤੱਕ ਸਦਮੇ ਤੋਂ ਉੱਭਰ ਨਹੀਂ ਸਕਿਆ ਹੈ ਅਤੇ ਮਾਂ ਦੇ ਲਈ ਮੰਨੋ ਤਾਂ ਵਕਤ ਅੱਜ ਵੀ ਰੁਕਿਆ ਹੀ ਹੋਇਆ ਹੈ। ਬਹੁਤ ਔਖਾ ਪਿਆ ਜੀ, ਮੈਂ ਬਹੁਤ ਔਖਾ। ਇਹ ਰੱਬ ਕਰੇ ਨਾ ਕਿਸੇ ਦਾ। ਇਹ ਉਸ ਮਾਂ ਦਾ ਦਰਦ ਹੈ ਜੋ ਆਖਰੀ ਵਾਰ ਆਪਣੇ ਬੇਟੇ ਦਾ ਚਿਹਰਾ ਤੱਕ ਨਹੀਂ ਦੇਖ ਸਕੀ। ਇਸ ਲਈ ਹੁਣ ਇਹਨਾਂ ਤਸਵੀਰਾਂ ਦੇ ਨਾਲ ਹੀ ਜ਼ਿੰਦਗੀ ਦਾ ਆਖਰੀ ਪੜਾਅ ਕੱਟ ਰਹੀ ਹੈ। ਪਰ ਕੁਝ ਸ਼ਖਸ ਅਜਿਹੇ ਵੀ ਨੇ ਜੋ ਸਭ ਕੁਝ ਭੁਲਾ ਦੇਣਾ ਚਾਹੁੰਦੇ ਨੇ। ਇਸ ਗੱਲ ਦਾ ਅਹਿਸਾਸ ਸਾਨੂੰ ਹੋਇਆ ਗੁਰਦਾਸਪੁਰ ਦੇ ਭੱਟੀਆਂ ਪਿੰਡ ਪਹੁੰਚਣ ਤੇ, ਜਿੱਥੇ ਅਵਤਾਰ ਸਿੰਘ ਆਪਣੀ ਆਪ ਬੀਤੀ ਦੇ ਨਾਲ ਮੌਜੂਦ ਸਨ। ਅਵਤਾਰ ਸਿੰਘ ਰਾਮਗੜ੍ਹ ਦੇ 1,500 ਬਾਗੀ ਫੌਜੀਆਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੂੰ ਕਰੜੀ ਸਜ਼ਾ ਦਾ ਸਾਹਮਣਾ ਕਰਨਾ ਪਿਆ। ਦੱਸਦੇ ਨੇ ਕਿ ਕਿਵੇਂ ਹਨੇਰੀ ਕੋਠੜੀ ਦੇ ਵਿੱਚ ਕਈ ਦਿਨ ਕੱਟੇ ਸਨ। ਨਾਲ ਹੀ ਬੈਰਕ ਦੇ ਬਾਥਰੂਮ ਸੀ, ਅੰਦਰ ਹੀ ਬੈਰਕ ਦੇ ਅਟੈਚ ਸੀ ਤੇ ਉਹ ਬਾਥਰੂਮ ਯੂਜ਼ ਕਰਦੇ ਸਾਂ ਤੇ ਰਾਤ ਨੂੰ ਸਾਨੂੰ ਉਹ ਬਾਹਰ ਨਹੀਂ ਸੀ, ਉਹ ਬਾਥਰੂਮ ਯੂਜ਼ ਨਹੀਂ ਕਰਨ ਦਿੰਦੇ, ਅੰਦਰ ਪੀਪੇ ਰੱਖ ਦਿੰਦੇ ਹਾਂ। ਅਸੀਂ ਉਹਨਾਂ ਵਿੱਚ ਬਾਥਰੂਮ ਕਰਕੇ ਤੇ ਸਵੇਰ ਨੂੰ ਡੋਲ ਦਿੰਦੇ ਹਾਂ ਬਾਹਰ ਲੈਟਰਿੰਗ। ਔਰ ਨਹਾਉਣ ਨੂੰ ਉਹ ਉਸੇ ਮਤਲਬ ਬਾਥਰੂਮ ਦੇ ਵਿੱਚ ਲਾਗੇ ਇੱਕ ਇਸ਼ਨਾਨ ਘਰ ਸੀ ਬਣਾਇਆ ਉਹਨਾਂ ਵੱਖਰਾ ਜਿਹਾ ਹੀ, ਉਹਨਾਂ ਦੇ ਵਿੱਚ ਅਸੀਂ ਇਸ਼ਨਾਨ ਕਰ ਲਏ। ਅੱਗੇ ਬਹੁਤ ਸਾਰੀਆਂ ਅਜਿਹੀਆਂ ਦਿਲ ਨੂੰ ਝੰਜੋੜ ਰੱਖ ਦੇਣ ਵਾਲੀਆਂ ਕਹਾਣੀਆਂ ਮੌਜੂਦ ਨੇ। ਬਸ ਚਿਹਰੇ ਬਦਲਦੇ ਰਹਿਣਗੇ ਅਤੇ ਅਸੀਂ ਮਹਿਸੂਸ ਕੀਤਾ ਇਹਨਾਂ ਸਾਰੀਆਂ ਕਹਾਣੀਆਂ ਦੇ ਵਿੱਚ ਇੱਕ ਗੱਲ ਇੱਕੋ ਜਿਹੀ ਸੀ, ਉਹ ਇਹ ਕਿ ਇਹਨਾਂ ਦੀ ਸੁੱਧ ਲੈਣ ਵਾਲਾ ਅੱਜ ਕੋਈ ਨਹੀਂ। ਹਰ ਕੋਈ ਸਿਆਸਤਦਾਨਾਂ ਦੇ ਝੂਠੇ ਵਾਅਦਿਆਂ ਤੋਂ ਥੱਕ ਚੁੱਕਾ ਹੈ। ਮਾਨ ਸਰਕਾਰ ਸਾਡਾ ਬੰਦਾ ਜਿਹੜਾ ਚਾਹੀਦਾ ਸੀ ਸਾਨੂੰ, ਉਹ ਨਹੀਂ ਸਾਨੂੰ ਮਿਲਿਆ। ਪਰ ਅਸੀਂ ਆਪਣੇ ਪੰਜਾਬ ਸਰਕਾਰ ਤੋਂ ਜਿਹੜੀ 10 ਸਾਲ ਸਰਕਾਰ ਚੱਲ ਗਈ ਆ, ਉਸ ਸਰਕਾਰ ਤੋਂ ਵੀ ਅਸੀਂ ਉਹ ਬੜੀ ਤਗੜੀ ਆਸ ਰੱਖ ਕੇ ਬੈਠੇ। ਪਰ ਇਹ ਆ ਕਿ 35 ਸਾਲਾਂ ਵਿੱਚ ਕਿਸੇ ਸਰਕਾਰ ਨੇ ਸਾਡੀ ਨਹੀਂ ਸੁਣੀ। ਸਾਡੇ ਥੱਬਿਆਂ ਦੇ ਥੱਬੇ ਮੰਗ ਪੱਤਰ ਉਹਨਾਂ ਤੱਕ ਪਹੁੰਚੇ, ਕਿਸੇ ਨੇ ਸਾਡੀ ਗੱਲ ਨਹੀਂ ਸੁਣੀ। ਸਾਨੂੰ ਇੱਕ ਗੱਲ ਦੇ ਨਾਲ ਜਵਾਬ ਦੇ ਦਿੰਦੇ ਆ, ਸਾਡਾ ਤੁਹਾਡੇ ਗਾੜੀ ਸਿਰ ਝੁਕਦਾ, ਮੇਰੇ ਸਿਰ ਝੁਕਣ ਨਾਲ ਕੀ ਹੋਊਗਾ। 37 ਸਾਲ ਹੋ ਗਏ ਮੇਰੇ ਪੁੱਤ ਨੂੰ ਗਏ ਨੂੰ। ਗਵਰਨਮੈਂਟ ਨੇ ਤਾਂ ਕਿਤੇ ਇਹ ਵੀ ਨਹੀਂ ਕਿਹਾ ਕਿ ਅਸੀਂ ਜਾ ਕੇ ਕਿਤੇ ਉਹਨਾਂ ਦੇ ਘਰ ਵਿੱਚ ਉਹਨਾਂ ਨੂੰ ਦਿਲਾਸਾ ਦੇਈਏ। ਇਹ ਸੀ ਸਾਡੀ ਖਾਸ ਪੇਸ਼ਕਸ਼ ਦਾ ਪਹਿਲਾ ਹਿੱਸਾ। ਅਗਲੇ ਹਿੱਸੇ ਵਿੱਚ ਕੁਝ ਹੋਰ ਧਰਮੀ ਫੌਜੀਆਂ ਨਾਲ ਮਿਲਵਾਵਾਂਗੇ ਜੋ ਅੱਜ ਵੀ ਗੁਰਬਤ ਦੀ ਜ਼ਿੰਦਗੀ ਜਿਉ ਰਹੇ ਨੇ। ਫਿਲਹਾਲ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ। ਧੰਨਵਾਦ।